ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਤੁਸੀਂ ਸਾਨੂੰ ਆਪਣੇ ਕਿਰਪਾ ਦੇ ਨਾਲ ਸੰਭਾਲਿਆ ਅਤੇ ਆਪਣੇ ਰਾਜ ਵਿੱਚ ਲੈ ਕੇ ਆਏ ਹਾਂ। ਅਸੀਂ ਉਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦਾ ਜੋ ਅਸੀਂ ਮਨਨ ਕਰਨ ਜਾ ਰਹੇ ਹਾਂ, ਉਸ ਦੇ ਵਿੱਚ ਸਾਨੂੰ ਆਪ ਦੇ ਵਚਨ ਦੇ ਨਾਲ ਮਨਨ ਕਰਦਿਆਂ ਹੋਇਆਂ ਉਸ ਦੇ ਵਿੱਚ ਚੱਲਣ ਦੇ ਲਈ ਮਦਦ ਕਰਨਾ, ਤਾਂ ਕਿ ਅਸੀਂ ਇਸ ਬੁਰੇ ਸੰਸਾਰ ਦੇ ਵਿੱਚੋਂ ਬਚਦੇ ਹੋਏ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਨਾਲ ਜਦੋਂ ਤੇਰਾ ਆਉਣਾ ਹੋਵੇ ਬਣੇ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਆਪ ਦਾ ਨਾਮ ਸਾਡੇ ਜੀਵਨ ਵਿੱਚ ਉੱਚਾ ਹੋਵੇ। ਇਹ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਭਾਗ ਮੈਂ ਲਿਆ ਹੈ ਉਹ ਰਾਜਿਆਂ ਦੀ ਪੁਸਤਕ ਦੇ ਵਿੱਚੋਂ ਲਿਆ ਹੈ, ਔਰ ਇਹਦੇ ਵਿੱਚੋਂ ਜੋ ਪਹਿਲਾ ਪਾਠ ਹੈ, ਪਹਿਲਾ ਰਾਜਾ 15:34 ਵਿੱਚ ਇੱਥੇ ਲਿਖਿਆ ਹੈ, ਉਸ ਨੇ ਬੋਆਸ਼ਾ ਯਹੋਵਾ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਰੋਬੋਆਮ ਦੇ ਰਾਹ ਵਿੱਚ ਚੱਲਿਆ ਅਤੇ ਉਹਦੇ ਪਾਪ ਵਿੱਚ, ਜਿਸ ਨਾਲ ਉਹਨੇ ਇਸਰਾਏਲ ਨੂੰ ਪਾਪੀ ਬਣਾਇਆ ਅਤੇ ਲੱਗਾ ਰਿਹਾ। ਉਸ ਨੇ ਆਮੋਨ ਅਤੇ ਮਨਸ਼ਾ ਦਾ ਪੁੱਤਰ ਯਹੋਵਾ ਆਪਣੇ ਪਿਓ ਦਾਦਿਆਂ ਨੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਅਤੇ ਯਹੋਵਾ ਦੇ ਰਾਹ ਉੱਤੇ ਨਾ ਤੁਰਿਆ। ਦੂਸਰਾ ਰਾਜਾ 21:22। ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਹੈ ਵਰਤਮਾਨ ਸਮੇਂ ਦੇ ਵਿੱਚ ਪਰਮੇਸ਼ਵਰ ਦੇ ਵਚਨ ਦੀ ਪਛਾਣ ਨਾਲ ਨਾ ਚੱਲਣਾ। ਵਰਤਮਾਨ ਸਮੇਂ ਵਿੱਚ ਪਰਮੇਸ਼ਵਰ ਦੇ ਵਚਨ ਦੀ ਪਛਾਣ ਦੇ ਨਾਲ ਨਾ ਚੱਲਣਾ। ਮੈਂ ਅੱਜ ਕੱਲ੍ਹ ਬਹੁਤ ਸਾਰੇ ਪਰਮੇਸ਼ਵਰ ਦੇ ਲੋਕਾਂ ਨੂੰ ਅਤੇ ਪਰਮੇਸ਼ਵਰ ਦੇ ਦਾਸਾਂ ਨੂੰ ਵਚਨ ਨੂੰ ਸੁਣਾਉਂਦਿਆਂ ਵੇਖਦਾ ਹਾਂ ਅਤੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਮੈਂ ਧਿਆਨ ਅਤੇ ਗੌਰ ਵੀ ਕਰਦਾ ਹਾਂ। ਕਈ ਵਿਅਕਤੀ, ਕਈ ਲੋਕ ਲਿਖਿਆ ਹੋਇਆ ਜਾਂ ਪੜ੍ਹਿਆ ਹੋਇਆ ਵਚਨ ਪ੍ਰਕਾਸ਼ਿਤ ਕਰਦੇ ਹਨ ਅਤੇ ਉਸ ਦੀ ਸੱਚਾਈ ਨੂੰ ਉਹ ਜਾਣਦੇ ਨਹੀਂ ਕਿ ਉਸ ਵਿੱਚ ਕੀ ਲਿਖਿਆ ਹੈ ਅਤੇ ਕੀ ਉਹਦੇ ਵਿੱਚ ਵਾਪਰ ਰਿਹਾ ਹੈ। ਉਹ ਜੋ ਉਹਨਾਂ ਦੇ ਕੋਲ ਆਉਂਦਾ ਹੈ ਉਹੀ ਆਪਣਾ ਅੱਗੇ ਪੜ੍ਹ ਕੇ ਦੱਸ ਦਿੰਦੇ ਹਨ, ਉਸ ਦੀ ਖੋਜ ਨਹੀਂ ਕਰਦੇ। ਅਤੇ ਅਜਿਹਾ ਕਰਨ ਵਾਲੇ ਬਹੁਤ ਸਾਰੇ ਇਸ ਸਮੇਂ ਸੇਵਕ ਉੱਠ ਖੜ੍ਹੇ ਹੋਏ ਨੇ, ਜਿਨ੍ਹਾਂ ਦੇ ਗਿਆਨ ਬੁੱਧੀ ਨਾ ਹੋਣ ਕਰਕੇ ਉਹ ਆਪਣੇ ਲਈ ਪਾਪ ਦੀ ਕੱਟਣੀ ਨੂੰ ਕੱਟ ਰਹੇ ਆ ਅਤੇ ਦੂਸਰੇ ਲੋਕਾਂ ਨੂੰ ਵੀ ਉਸ ਕੱਟਣੀ ਦੇ ਵਿੱਚ ਕੱਟਣ ਦੇ ਲਈ ਮਜਬੂਰ ਕਰ ਰਹੇ ਆ। ਬਾਈਬਲ ਦਾ ਪਹਿਲਾ ਸਿਧਾਂਤ ਇਹ ਹੈ ਕਿ ਅਸੀਂ ਸੱਚਾਈ ਨੂੰ ਜਾਣੀਏ ਤਾਂ ਸੱਚਾਈ ਸਾਨੂੰ ਆਜ਼ਾਦ ਕਰੇਗੀ। ਜੇ ਅਸੀਂ ਸੱਚਾਈ ਨੂੰ ਜਾਣਾਂਗੇ ਤਾਂ ਅਸੀਂ ਅੱਜ ਸੱਚਾਈ ਨੂੰ ਨਾ ਸਮਝਦੇ ਹੋਏ ਕਿਹਨਾਂ ਗੱਲਾਂ ਦੇ ਵਿੱਚ ਚਲੇ ਗਏ ਆ। ਮੇਰਾ ਸਿਰ ਦਰਦ ਠੀਕ ਹੋ ਗਿਆ, ਮੇਰੇ ਕੰਮ ਬਣ ਗਏ, ਮੈਂ ਬਾਹਰ ਨੂੰ ਚਲਾ ਗਿਆ, ਔਰ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਮਸੀਹਤ ਦੇ ਵਿੱਚ ਆ ਚੁੱਕੇ ਨੇ ਅਤੇ ਉਹਨਾਂ ਦਾ ਇਹੋ ਜਿਹੇ ਸਮੇਂ ਦੇ ਵਿੱਚ ਆਉਣਾ ਇੱਕ ਮੂਰਤੀ ਪੂਜਾ ਤਰੀਕੇ ਦੇ ਨਾਲ ਮਸੀਹ ਦੇ ਵਿੱਚ ਉਹਦੀ ਭਗਤੀ ਕਰਨ ਦਾ ਸਬਜੈਕਟ ਅਤੇ ਵਿਸ਼ਾ ਬਣਾ ਲੈਂਦੇ ਹਨ। ਉਹ ਅਸਲ ਵਿੱਚ ਪਰਮੇਸ਼ਰ ਦੀ ਅਸਲ ਸੱਚਾਈ ਦੇ ਮਗਰ ਨਹੀਂ ਚੱਲਦੇ, ਜੋ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਰਾਹੀਂ ਸਾਡੇ ਵਿੱਚ ਪ੍ਰਗਟ ਕੀਤੀ ਸੀ। ਇੱਥੇ ਮੈਂ ਕੀ ਦੇਖਦਾ ਹਾਂ, ਬਾਦਸ਼ਾਹ ਰਾਜਾ ਨੇ ਵੀ ਇਹੋ ਕੰਮ, ਯਰੋਬਾਮ ਨੇ ਵੀ ਇਹੋ ਕੰਮ ਕੀਤਾ। ਉਹਨਾਂ ਨੇ ਪਰਮੇਸ਼ਵਰ ਦੀ ਸ਼ਰ੍ਹਾ ਨੂੰ ਨਾ ਪੜ੍ਹਦਿਆਂ ਹੋਇਆਂ ਸੰਸਾਰ ਦੀਆਂ ਗੱਲਾਂ ਅਤੇ ਪਰਮੇਸ਼ਵਰ ਦੀਆਂ ਗੱਲਾਂ ਨੂੰ ਰਲਾ ਕੇ ਆਪਣੇ ਲੋਕਾਂ ਦੇ ਵਿੱਚ ਪਾਪ ਕਰਨ ਨੂੰ ਮਜਬੂਰ ਕਰ ਦਿੱਤਾ। ਅੱਜ ਬਹੁਤ ਸਾਰੀਆਂ ਕਲੀਸਿਆਵਾਂ ਦੇ ਵਿੱਚ ਸੰਸਾਰ ਅਤੇ ਪ੍ਰਭੂ ਦੇ ਵਚਨ ਨੂੰ ਮਿਲਾਵਟ ਕਰਕੇ
ਉਹ ਅਭਗਤੀ ਦਾ ਕੰਮ ਕਰ ਰਹੇ ਹਨ, ਜਿਸ ਦੇ ਨਾਲ ਪਰਮੇਸ਼ਵਰ ਦਾ ਕ੍ਰੋਧ ਉਹਨਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਨਿਆਂ ਦੇ ਨਾਲ ਭੜਕੇਗਾ। ਮੇਰੇ ਪਿਆਰੇ ਅਜ਼ੀਜ਼, ਨਾ ਤਾਂ ਉਹਨਾਂ ਨੂੰ ਤੌਬਾ ਦਾ ਪਤਾ ਹੈ, ਨਾ ਉਹਨਾਂ ਨੂੰ ਬਪਤਿਸਮੇ ਦਾ ਪਤਾ ਹੈ, ਨਾ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਨਵਾਂ ਜਨਮ ਲੈਣਾ ਕਿਉਂ ਜ਼ਰੂਰੀ ਹੈ, ਨਾ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ। ਜੇ ਕਿਸੇ ਨੇ ਨਵਾਂ ਜਨਮ ਲੈ ਲਿਆ ਹੈ ਤਾਂ ਉਹ ਕਹਿੰਦਾ ਬਪਤਿਸਮਾ ਲੈਣਾ ਜ਼ਰੂਰੀ ਨਹੀਂ। ਜੇ ਕਿਸੇ ਨੇ ਬਪਤਿਸਮਾ ਲੈ ਲਿਆ ਹੈ ਤਾਂ ਉਹ ਕਹਿੰਦਾ ਨਵੇਂ ਜਨਮ ਦੀ ਲੋੜ ਨਹੀਂ। ਮੇਰੇ ਪਿਆਰੇ ਅਜ਼ੀਜ਼, ਇਹ ਉਹਨਾਂ ਅਖੋਤੀ ਸੇਵਕਾਂ ਦੇ ਕਾਰਨ ਜਿਨ੍ਹਾਂ ਨੂੰ ਆਪ ਗਿਆਨ ਨਹੀਂ, ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਗਿਰਦੇ ਜਾ ਰਹੇ ਨੇ। ਮੈਂ ਦੇਖ ਰਿਹਾ ਸਾਂ ਕਿ ਰਾਜਾ ਯਰੋਬਾਮ ਨੇ ਮੂਰਤੀ ਪੂਜਾ ਦਾ ਕੰਮ ਸ਼ੁਰੂ ਕੀਤਾ ਪਰਮੇਸ਼ਰ ਦਾ ਜਨ ਹੁੰਦੇ ਹੋਏ, ਅਤੇ ਸੱਚੇ ਪਰਮੇਸ਼ਰ ਦਾ ਅਨਾਦਰ ਕੀਤਾ। ਇਹ ਬੁਰਾ ਕੰਮ ਤਦ ਤਾਈਂ ਜਾਰੀ ਰਿਹਾ ਜਦ ਤੀਕ 10 ਗੋਤਰ ਜਿਨ੍ਹਾਂ ਨੂੰ ਉੱਤਰੀ ਰਾਜ ਕਿਹਾ ਜਾਂਦਾ ਹੈ ਕੌਮਾਂ ਵਿੱਚ ਖਿੱਲਰ ਨਾ ਗਏ। ਦੂਸਰਾ ਰਾਜਾ 17 ਅਧਿਆਏ ਨੂੰ ਜਦੋਂ ਅਸੀਂ ਪੜ੍ਹੀਏ ਤਾਂ ਇਹ ਗੱਲਾਂ ਉਹਦੇ ਵਿੱਚ ਮਿਲਦੀਆਂ। ਬਾਅਦ ਵਿੱਚ ਮਿਲਦੀਆਂ ਜੁੜਦੀਆਂ ਬੁਰਾਈਆਂ ਨੇ 2 ਗੋਤਰਾਂ ਨੂੰ ਵੀ ਪ੍ਰਭਾਵਿਤ ਕੀਤਾ, ਜਿਨ੍ਹਾਂ ਨੂੰ ਅਕਸਰ ਦੱਖਣੀ ਰਾਜ ਕਿਹਾ ਜਾਂਦਾ ਸੀ। ਅਸਲ ਵਿੱਚ ਮੂਰਤੀ ਪੂਜਾ ਨੂੰ ਰਾਜੇ ਸੁਲੇਮਾਨ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜਿਸ ਨੇ ਪਰਮੇਸ਼ਰ ਤੋਂ ਬੁੱਧ ਪ੍ਰਾਪਤ ਕੀਤੀ ਸੀ। ਜਦ ਉਸਨੇ ਆਪਣੇ ਆਪ ਨੂੰ ਲੀਹੋਂ ਲੱਥਣ ਦੀ ਆਗਿਆ ਦੇ ਦਿੱਤੀ, ਅਰਥਾਤ ਆਪਣੀਆਂ ਬਹੁਤੀਆਂ ਪਤਨੀਆਂ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾ ਰਾਜਾ 11 ਅਧਿਆਏ 1 ਤੋਂ 40 ਤੱਕ ਅਸੀਂ ਇਹ ਪੜ੍ਹ ਸਕਦੇ ਹਾਂ ਆਪਣੇ ਖਾਲੀ ਸਮੇਂ ਦੇ ਵਿੱਚ। ਅੱਜ ਵੀ ਕਈ ਆਪਣੇ ਪ੍ਰਚਾਰਕ ਲੋਕ ਜਿਹੜੇ ਪਰਮੇਸ਼ਰ ਦੀ ਸੱਚਾਈ ਨੂੰ ਜਾਣਦੇ ਹੋਏ ਲੋਕਾਂ ਨੂੰ ਖੁਸ਼ ਕਰਨ ਦੇ ਲਈ ਵੱਡੇ ਵੱਡੇ ਲੋਕਾਂ ਦੇ ਨਾਲ, ਰਾਜਨੀਤਿਕ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਉਹ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਵਰ ਨੇ ਇਸਰਾਇਲ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਡਾ ਨਾ ਤਾਂ ਉਹਨਾਂ ਕੌਮਾਂ ਦੇ ਨਾਲ ਕੁਝ ਲੈਣਾ ਨਾ ਕੁਝ ਦੇਣਾ ਹੋਵੇਗਾ। ਅੱਜ ਰਾਜਨੀਤਿਕ ਪਾਰਟੀਆਂ ਤੋਂ ਬਹੁਤੇ ਲੋਕ ਪੈਸਾ ਲੈ ਕੇ ਪਰਮੇਸ਼ਵਰ ਦੇ ਘਰ ਨੂੰ ਬਣਾ ਰਹੇ ਆ ਅਤੇ ਪਰਮੇਸ਼ਵਰ ਦੇ ਘਰ ਨੂੰ ਰਾਜਨੀਤਿਕ ਦਾ ਅਖਾੜਾ ਬਣਾ ਕੇ ਰੱਖਿਆ ਹੋਇਆ ਹੈ। ਅਜਿਹੀ ਮੂਰਤੀ ਪੂਜਾ ਬੜੇ ਹੀ ਮਿੱਠੇ ਸਵਾਦ ਦੇ ਨਾਲ ਸਾਡੇ ਵਿੱਚ ਆਉਂਦੀ ਹੈ ਅਤੇ ਸਾਨੂੰ ਐ ਲੱਗਦਾ ਕਿ ਸਾਡਾ ਭਲਾ ਹੋ ਗਿਆ, ਅਤੇ ਉਹ ਸਾਡੇ ਵਿੱਚ ਆ ਕੇ ਅਜਿਹਾ ਝੰਡਾ ਗੱਡ ਜਾਂਦੇ ਆ ਜਿਹੜਾ ਕਿ ਮੂਰਤੀ ਪੂਜਾ ਦੇ ਬਰਾਬਰ ਗਿਣਿਆ ਜਾਂਦਾ ਹੈ। ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਰਾਜਨੀਤਿਕ ਅਖਾੜੇ ਦੇ ਨਾਲ, ਆਪਣੇ ਅਜਿਹੇ ਲੋਕਾਂ ਦੇ ਨਾਲ ਜੋ ਸੰਸਾਰ ਦੇ ਵਿੱਚ ਉੱਚੇ ਪਦ ਦੇ ਉੱਤੇ ਬੈਠੇ ਹੋਏ ਨੇ, ਮਸੀਹਤ ਨੂੰ, ਪਰਮੇਸ਼ਰ ਦੀ ਸੱਚਾਈ ਨੂੰ ਅਤੇ ਪਰਮੇਸ਼ਰ ਦੇ ਕੰਮ ਨੂੰ ਅਤੇ ਪਰਮੇਸ਼ਰ ਦੀਆਂ ਰੀਤਾਂ ਨੂੰ ਸਾਡੇ ਵਿੱਚ ਬਦਲਦੇ। ਮੇਰੇ ਪਿਆਰੇ ਅਜ਼ੀਜ਼, ਅਜਿਹੇ ਕੰਮ ਕਰਨ ਵਾਲੇ, ਅਜਿਹੇ ਸਮਝੌਤਾ ਕਰਨ ਵਾਲੇ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਦਾਖਲ ਹੋਣਗੇ। ਇਹ ਵਚਨ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ। ਜਦੋਂ ਮੈਂ ਪ੍ਰਕਾਸ਼ ਦੀ ਪੋਥੀ 22 ਅਧਿਆਏ ਉਸ ਦੀ 15 ਆਇਤ ਨੂੰ ਪੜ੍ਹਦਾ ਹਾਂ ਔਰ ਇਹ ਵੀ ਦੇਖਦਾ ਹਾਂ ਕਲੀਸਿਆ ਦੇ ਇਤਿਹਾਸ ਵਿੱਚ ਵੀ ਮੂਰਤੀ ਪੂਜਾ ਨੂੰ ਕਈ ਤਰੀਕਿਆਂ ਰਾਹੀਂ ਅਤੇ ਵੱਖ-ਵੱਖ ਪੱਧਰਾਂ ਉੱਤੇ ਸ਼ੁਰੂ ਕੀਤਾ ਗਿਆ। ਇਹ ਇਵੇਂ ਹੀ ਹੈ ਤੇ ਮਹਾਕਲੇਸ਼ ਤੱਕ ਵੱਧਦੀ ਹੀ ਜਾਵੇਗੀ। ਜਿਵੇਂ ਅਸੀਂ ਪ੍ਰਕਾਸ਼ ਦੀ ਪੁੱਤ ਉਸ ਦਾ 13 ਦੇ 17 ਦੇ ਵਿੱਚ ਪੜ੍ਹਦੇ ਹਾਂ, ਮੂਰਤੀ ਪੂਜਾ ਕੁਝ ਵੀ ਹੋ ਸਕਦੀ ਹੈ ਜਿਹੜੀ ਪਰਮੇਸ਼ਰ ਲਈ ਬਣਦੀ ਸਹੀ ਜਗ੍ਹਾ ਨੂੰ ਲੈ ਲੈਂਦੀ ਹੈ। ਇਹ ਤਾਂ ਜਜ਼ਬਾਤਾਂ ਦੀ, ਦਿਲ ਦੀ ਗੱਲ ਹੈ ਅਤੇ ਉਸ ਲਈ ਸੱਚਾ ਪਿਆਰ ਹੀ ਸਾਨੂੰ ਕਿਸੇ ਭਟਕਣ ਤੋਂ ਬਚਾ ਸਕਦਾ ਹੈ। ਅੱਜ ਦੀਆਂ ਆਇਤਾਂ ਆਮੋਨ ਬਾਰੇ ਦੱਸਦੀਆਂ ਹਨ,
ਜਿਹੜਾ ਸੁਲੇਮਾਨ ਦੇ ਵੰਸ਼ ਵਿੱਚੋਂ ਸੀ। ਉਸ ਨੇ ਆਪਣੇ ਪਿਓ ਦਾਦਿਆਂ ਦੇ ਯਹੋਵਾ ਪਰਮੇਸ਼ਰ ਨੂੰ ਤਿਆਗ ਦਿੱਤਾ। ਭਾਵੇਂ ਉਸ ਦੇ ਬਾਪ ਮਨਸ਼ੇ ਨੇ ਭਿਆਨਕ ਮੂਰਤੀ ਪੂਜਾ ਤੋਂ ਤੌਬਾ ਕਰ ਲਈ ਸੀ। ਦੂਸਰਾ ਇਤਿਹਾਸ 33 ਅਧਿਆਏ ਉਸ ਦੀ 10 ਅਤੇ ਉਸ ਦੀਆਂ 13 ਆਇਤਾਂ ਵਿੱਚੋਂ ਅਸੀਂ ਇਹ ਗੱਲਾਂ ਨੂੰ ਪੜ੍ਹ ਸਕਦੇ ਹਾਂ। ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਫਸੋਸ ਦੀ ਕਲੀਸਿਆ ਜਾਂ ਮੰਡਲੀ ਨੇ ਪਹਿਲਾਂ ਪਿਆਰ ਤਿਆਗ ਦਿੱਤਾ, ਇਸ ਨੂੰ ਗਵਾਇਆ ਨਹੀਂ। ਇਹੋ ਜਿਹੀ ਹਾਲਾਤ ਅਤੇ ਜਿੱਦੀ ਚੋਣ ਸਾਡੇ ਜੀਵਨਾਂ ਵਿੱਚ ਵੀ ਵਾਪਰ ਸਕਦੀ ਹੈ। ਅਸਲ ਵਿੱਚ ਇਹ ਹੋਵੇਗਾ ਜੇ ਅਸੀਂ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ, ਕਾਮਨਾਵਾਂ, ਭਾਵਨਾਵਾਂ ਅਤੇ ਸਵੈ ਇੱਛਾ ਨੂੰ ਉਸ ਦੀ ਖੋਜੀ ਅੱਖ ਹੇਠ ਪਰਖਦੇ ਨਹੀਂ ਹਾਂ। ਕਈ ਲੋਕ ਤਾਂ ਪਰਖਦੇ ਹੀ ਨਹੀਂ ਹੈ ਕਿ ਇਹ ਪ੍ਰਚਾਰ ਸਹੀ ਹੈ ਜਾਂ ਨਹੀਂ ਹੈ। ਇਸੇ ਕਰਕੇ ਤਾਂ ਬਾਣੀ ਦੇ ਵਿੱਚ ਪਰਮੇਸ਼ਰ ਦਾ ਦਾਸ ਕਹਿੰਦਾ ਹੈ, ਗਿਆਨ ਬਿਨ ਮੇਰੀ ਪ੍ਰਜਾ ਨਾਸ਼ ਹੁੰਦੀ ਹੈ ਜਾਂਦੀ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਅਸੀਂ ਰਸੂਲਾਂ ਦੇ ਕਰਤੱਵ 17 ਅਧਿਆਏ ਨੂੰ ਪੜ੍ਹਦੇ ਹਾਂ, ਉੱਥੇ ਬੀਰੀਆ ਦੇ ਲੋਕ ਜਿਹੜੇ ਸੀ, ਬੀਰੀਆ ਦੀ ਕਲੀਸਿਆ ਜਿਹੜੀ ਸੀ, ਜਦੋਂ ਉਹਨਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਉਹ ਘਰ ਆ ਕੇ ਬਾਈਬਲ ਦੇ ਅਨੁਸਾਰ ਰੱਖ ਕੇ ਇੱਕ ਇੱਕ ਸ਼ਬਦ ਨੂੰ ਪਰਖ ਕੇ ਦੇਖਦੇ ਸੀ ਕਿ ਇਹ ਇਵੇਂ ਹੈ ਜਾਂ ਨਹੀਂ। ਅੱਜ ਪ੍ਰਚਾਰ ਕਰਨ ਵਾਲੇ ਅੱਖਾਂ ਬੰਦ ਕਰਕੇ ਪ੍ਰਚਾਰ ਕਰਦੇ ਆ, ਅੱਖਾਂ ਦਾ ਆਈ ਕੰਟੈਕਟ ਸਹੀ ਨਹੀਂ ਹੁੰਦਾ। ਕਈ ਆਪਣਾ ਪ੍ਰਚਾਰ ਕਰਦੇ ਆ ਬਾਈਬਲ ਖੋਲ੍ਹਦੇ ਹੀ ਨਹੀਂ। ਕਈ ਪ੍ਰਚਾਰ ਕਰਦੇ ਆ ਇੱਕ ਆਪਣਾ ਉਸ ਖੰਡ ਨੂੰ ਜਿਵੇਂ ਆਪਣਾ ਸੰਸਾਰ ਦੀਆਂ ਗੱਲਾਂ ਨੂੰ ਲੈ ਕੇ ਕਰਦੇ ਆ। ਮੇਰੇ ਪਿਆਰੇ ਅਜ਼ੀਜ਼, ਇਹ ਮੂਰਤੀ ਪੂਜਾ ਤੋਂ ਘੱਟ ਨਹੀਂ ਹੈ। ਇਹ ਅਜਿਹਾ ਇੱਕ ਪ੍ਰਚਾਰ ਔਰ ਇੱਕ ਅਜਿਹਾ ਗਿਆਨ, ਇੱਕ ਅਜਿਹੀ ਸੰਸਾਰ ਦੀ ਚੰਚਲਤਾ ਹੈ ਜਿਹੜੀ ਸਾਡੇ ਵਿੱਚ ਵੜ ਕੇ ਸਾਡੀ ਪਵਿੱਤਰਤਾ ਨੂੰ, ਜੋ ਸੱਚੇ ਪਰਮੇਸ਼ਰ ਦੇ ਨਾਲ ਹੈ, ਉਸ ਤੋਂ ਸਾਨੂੰ ਦੂਰ ਕਰਕੇ ਸਾਡੇ ਜੀਵਨ ਨੂੰ ਵਿਨਾਸ਼ ਕਰ ਦਿੰਦੀ ਹੈ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਅਫਸੋਸ ਦੀ ਕਲੀਸਿਆ ਦੇ ਵਿੱਚ ਇਹੋ ਕੁਝ ਹੋਇਆ ਸੀ। ਅਫਸੋਸ ਦੀ ਕਲੀਸਿਆ ਦੇ ਵਿੱਚ ਨਹੀਂ, ਗਲਾਤੀਆਂ ਦੀ ਕਲੀਸਿਆ ਦੇ ਵਿੱਚ ਵੀ ਇਹੋ ਕੁਝ ਹੋਇਆ ਸੀ। ਇਸੇ ਕਰਕੇ ਪੌਲਸ ਨੇ ਗਲਾਤੀਆਂ ਦੀ ਕਲੀਸਿਆ ਦੇ ਵਿੱਚ ਸਾਫ਼ ਤੌਰ 'ਤੇ ਕਹਿ ਦਿੱਤਾ ਸੀ, ਜੇ ਇਸ ਖੁਸ਼ਖਬਰੀ ਤੋਂ ਛੁੱਟ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸ਼ਰਾਬਿਤ ਹੈ। ਕਿੰਨੀ ਵੱਡੀ ਗੱਲ ਕਹਿ ਦਿੱਤੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਕੋਈ ਛੋਟਾ ਕੰਮ ਨਹੀਂ ਹੈ। ਇਹ ਪਰਮੇਸ਼ਰ ਦੇ ਵਚਨ ਨੂੰ ਸੋਚ ਸਮਝ ਕੇ ਉਸ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦੇ ਉੱਤੇ ਨਿਰਭਰ ਕਰਦਾ ਹੈ। ਜੇ ਅਸੀਂ ਪਰਮੇਸ਼ਰ ਦੇ ਵਚਨ ਦੀ ਪਰਖ ਕਰਨਾ ਨਹੀਂ ਜਾਣਦੇ ਹਾਂ, ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਤਰਾਸ਼ਦੇ ਨਹੀਂ ਹਾਂ, ਜੇ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਧਿਆਨ ਨਹੀਂ ਕਰਦੇ ਹਾਂ, ਤਾਂ ਮੇਰੇ ਪਿਆਰੇ ਅਜ਼ੀਜ਼, ਅਸੀਂ ਮੰਦਭਾਗੀ ਮਨੁੱਖ ਹਾਂ। ਅਸੀਂ ਸੁਣੀਆਂ ਹੋਈਆਂ ਗੱਲਾਂ ਦੇ ਪਿੱਛੇ ਚੱਲਣ ਵਾਲੇ ਲੋਕ ਹਾਂ। ਕਈ ਲੋਕ ਤਾਂ ਕਹਿੰਦੇ ਆ ਮੇਰਾ ਰਿਸ਼ਤੇਦਾਰ ਆ, ਬਹੁਤ ਵਧੀਆ ਪ੍ਰਚਾਰ ਕਰਦਾ ਹੈ। ਕਈ ਲੋਕ ਕਹਿੰਦੇ ਆ ਮੇਰਾ ਮਿੱਤਰ ਆ, ਬਹੁਤ ਵਧੀਆ ਮੇਰੇ ਨਾਲ ਆਪਣਾ ਕਰ ਰਿਹਾ ਹੈ। ਇਹ ਮਿੱਤਰਤਾ ਦਾ ਕੰਮ ਨਹੀਂ ਹੈ, ਇਹ ਰਿਸ਼ਤੇਦਾਰੀ ਦਾ ਕੰਮ ਨਹੀਂ ਹੈ, ਇਹ ਪਰਮੇਸ਼ਰ ਦੇ ਸਵਰਗ ਰਾਜ ਦੀ ਪਵਿੱਤਰਤਾ ਦਾ ਕਾਰਜ ਹੈ। ਮੇਰੇ ਪਿਆਰੇ ਅਜ਼ੀਜ਼, ਇਸ ਦੇ ਉੱਤੇ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਹਾਂ। ਔਰ ਜਿਹੜੇ ਸਮਝੌਤਾ ਕਰਦੇ ਨੇ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਹ ਮੇਰੀ ਨਜ਼ਰ ਦੇ ਵਿੱਚ ਨਸ਼ਟ ਹੋ ਜਾਣਗੇ। ਕਿਉਂਕਿ ਜਦੋਂ ਅਸੀਂ ਮਤੀ ਦੀ ਅੰਜੀਲ ਉਸ ਦਾ 7 ਅਧਿਆਇ ਉਸ ਦੀ 21 ਤੋਂ 23 ਆਇਤਾਂ ਤੱਕ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਸਾਫ਼ ਤੌਰ 'ਤੇ ਪ੍ਰਭੂ ਨੇ ਕਿਹਾ ਹੈ, ਹੇ ਪ੍ਰਭੂ ਕਹਿਣ ਵਾਲੇ ਅਤੇ ਅਜਿਹੇ ਲੋਕ ਜਿਨ੍ਹਾਂ ਨੇ ਮੇਰੇ ਕੋਲ ਆਣ ਕੇ ਕਹਿਣਾ ਹੈ, ਪ੍ਰਭੂ ਅਸੀਂ ਤੇਰੇ ਨਾਮ ਦੇ ਵਿੱਚ ਮੁਰਦੇ ਖੜੇ ਕੀਤੇ, ਅਸੀਂ ਤੇਰੇ ਨਾਮ ਦੇ ਵਿੱਚ ਚਮਤਕਾਰ ਕੀਤੇ, ਅਸੀਂ ਤੇਰੇ ਨਾਮ ਦੇ ਵਿੱਚ ਲੰਗੜੇ ਚਲਾਏ। ਪ੍ਰਭੂ ਕਹੇਗਾ, ਇਹ ਬੇਪਰਤੀਤਿਓ ਮੇਰੇ ਤੋਂ ਦੂਰ ਹੋ ਜਾਓ, ਮੈਂ ਤੁਹਾਨੂੰ ਜਾਣਦਾ ਵੀ ਨਹੀਂ। ਇਹ ਕਿਹੜੇ ਲੋਕ ਨੇ? ਇਹ ਉਹ ਲੋਕ ਜਿਨ੍ਹਾਂ ਨੇ ਬੜੇ ਹੀ ਪਰਮੇਸ਼ਰ ਦੇ ਵਚਨ ਨੂੰ ਬਦਲ ਕੇ ਉਹਨਾਂ ਦੇ ਮਨ ਦੇ ਵਿੱਚ ਗਲਤ ਸਿੱਖਿਆ ਨੂੰ ਪਾ ਕੇ ਪਰਮੇਸ਼ਰ ਦੀ ਸੱਚਾਈ ਤੋਂ ਉਹਨਾਂ ਨੂੰ ਭਟਕਾ ਦਿੱਤਾ।
ਮੈਨੂੰ ਇੱਕ ਵਚਨ ਹੋਰ ਚੇਤਾ ਆਉਂਦਾ ਹੈ, ਉਹ ਹੈ ਦੂਸਰਾ ਕਰੰਥੀਆਂ ਉਸ ਦਾ 11 ਅਧਿਆਇ ਉਸ ਦੀ 3 ਆਇਤ ਨੂੰ ਮੈਂ ਆਪ ਦੇ ਲਈ ਪੜ੍ਹਦਾ ਹਾਂ, ਜੋ ਪੌਲਸ ਰਸੂਲ ਨੇ ਆਖਿਆ, ਪਰ ਮੈਂ ਡਰਦਾ ਹਾਂ ਕਿ ਜਿਵੇਂ ਸੱਪ ਨੇ ਆਪਣੀ ਵੱਡੀ ਚਤੁਰਾਈ ਦੇ ਨਾਲ ਹਵਾ ਨੂੰ ਬਹਿਕਾਇਆ, ਤਿਵੇਂ ਹੀ ਤੁਹਾਡੇ ਮਨ ਉਸ ਸਿਧਾਈ ਅਤੇ ਪਵਿੱਤਰਤਾ ਤੋਂ ਜੋ ਮਸੀਹ ਦੇ ਨਾਲ ਹੋਣੀ ਚਾਹੀਦੀ ਹੈ ਕਿਤੇ ਭ੍ਰਿਸ਼ਟ ਨਾ ਕੀਤੇ ਜਾਓ। ਇਸ ਦਾ ਕਾਰਨ ਕੀ ਹੈ? ਪੌਲਸ ਦਾ ਇਹ ਲਿਖਣ ਦਾ ਕਾਰਨ ਕੀ ਹੈ? ਕਿਉਂਕਿ ਉਹ ਕੁਰੰਥ ਵਿੱਚ ਕੁਝ ਝੂਠੇ ਪ੍ਰਚਾਰਕਾਂ ਦੁਆਰਾ ਧੋਖੇ ਵਿੱਚ ਪੈਣ ਦੇ ਨਾਲ ਸੁਸਮਾਚਾਰ ਨੂੰ ਅਸਵੀਕਾਰ ਕਰਨ ਦੇ ਗੰਭੀਰ ਖਤਰਿਆਂ ਵਿੱਚ ਵਿਸ਼ਵਾਸੀ ਪੈ ਚੁੱਕੇ ਸੀ, ਅਤੇ ਉਹਨਾਂ ਦੇ ਛਲ ਕਰਨ ਵਾਲਿਆਂ ਅਤੇ ਉਹਨਾਂ ਦੀਆਂ ਝੂਠੀਆਂ ਸਿੱਖਿਆ ਨੂੰ ਸਵੀਕਾਰ ਕਰਨ ਦੇ ਨਾਲ ਉਹ ਮਸੀਹ ਦੇ ਪ੍ਰਤੀ ਪੂਰੇ ਹਿਰਦੇ ਤੋਂ ਅਤੇ ਭਗਤੀ ਤੋਂ ਭਟਕ ਚੁੱਕੇ ਸੀ। ਉਹ ਮਸੀਹ ਦੇ ਪ੍ਰਤੀ ਪੂਰੇ ਦਿਲ ਨਾਲ ਭਗਤੀ ਨਹੀਂ ਸੀ ਕਰ ਰਹੇ। ਅੱਜ ਕਲੀਸਿਆਵਾਂ ਵਿੱਚ ਅਜਿਹੇ ਲੋਕ ਨੇ ਜੋ ਖੁਦ ਨੂੰ ਧਾਰਮਿਕਤਾ ਦੇ ਸੇਵਕ ਦੇ ਰੂਪ ਦੇ ਨਾਲ ਪ੍ਰਗਟ ਕਰਦੇ ਹਨ, ਪਰ ਉਹਨਾਂ ਦੀਆਂ ਸਿੱਖਿਆਵਾਂ ਪਰਮੇਸ਼ਵਰ ਦਾ ਵਿਰੋਧ ਕਰਦੀਆਂ ਹੈ ਅਤੇ ਉਹਨਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਆਤਮਿਕ ਵਿਪੱਤੀ ਵਿੱਚ ਪਾ ਦਿੰਦੀਆਂ ਨੇ। ਅਸੀਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ। ਪੌਲਸ ਇਸ ਗੱਲ ਦੇ ਵਿੱਚ ਬੜਾ ਗੰਭੀਰ ਸੀ। ਉਹ ਅੱਜ ਦੀਆਂ ਕਲੀਸਿਆਵਾਂ ਨੂੰ ਇਸ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਅਜਿਹੀ ਸਿੱਖਿਆ ਤੋਂ ਜੋ ਤੁਹਾਨੂੰ ਆਪਣਾ ਭਟਕਾ ਦੇਣ ਵਾਲੀਆਂ ਜਗ੍ਹਾਵਾਂ ਦੇ ਵਿੱਚ ਲੈ ਜਾਂਦੀਆਂ ਨੇ, ਜਿਹੜੇ ਇਸ ਤਰ੍ਹਾਂ ਕਹਿੰਦੇ ਆ, ਕੋਈ ਗੱਲ ਨਹੀਂ, ਤੁਸੀਂ ਮੰਦਰ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਤੁਸੀਂ ਉਹਨਾਂ ਦੇ ਨਾਲ ਸਾਂਝੀ ਕਰਕੇ ਖਾਓ ਪੀਓ, ਕੋਈ ਵੱਡੀ ਗੱਲ ਨਹੀਂ, ਪ੍ਰਾਰਥਨਾ ਕਰਕੇ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ, ਤੁਸੀਂ ਉਹਨਾਂ ਵੱਲ ਦੇਖਣਾ ਵੀ ਨਹੀਂ। ਕਿੰਨੀ ਵੱਡੀ ਗੱਲ ਹੈ। ਉਹ ਕਹਿੰਦੇ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਖਾਓ ਪੀਓ, ਕੋਈ ਵੱਡੀ ਗੱਲ ਨਹੀਂ। ਬਾਣੀ ਦੇ ਵਿੱਚ ਲਿਖਿਆ ਹੈ, ਤੂੰ ਇੱਕ ਦੇ ਅੱਗੇ ਸਿਜਦਾ ਕਰਨਾ, ਇੱਕ ਦੇ ਅੱਗੇ, ਪਰਮੇਸ਼ਵਰ ਦੇ ਅੱਗੇ ਸਿਜਦਾ ਕਰਨਾ। ਅੱਜ ਅਸੀਂ ਕਿਹਦੇ ਅੱਗੇ ਸਿਜਦਾ ਕਰ ਰਹੇ ਹਾਂ? ਕਿਹਦੇ ਅੱਗੇ ਝੁਕ ਰਹੇ ਹਾਂ? ਸਮਾਜ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਅੱਗੇ। ਪਰਮੇਸ਼ਵਰ ਦੀ ਸਿੱਖਿਆ ਨੂੰ ਅੱਜ ਝੂਠ ਦੇ ਨਾਲ ਵਟਾ ਦਿੱਤਾ ਜਾ ਰਿਹਾ ਹੈ। ਪਰਮੇਸ਼ਵਰ ਦੀ ਸਿੱਖਿਆ ਨੂੰ ਅੱਜ ਦਿਖਾਵਟੀ ਤਰੀਕਿਆਂ ਦੇ ਨਾਲ ਆਪਣੇ ਜੀਵਨ ਦੇ ਵਿੱਚ ਲਾਭ ਲੈਣ ਦੇ ਲਈ ਵਟਾ ਦਿੱਤਾ ਜਾ ਰਿਹਾ ਹੈ। ਮੇਰੇ ਪਿਆਰੇ ਅਜ਼ੀਜ਼, ਧੋਖਾ ਨਹੀਂ ਖਾਣਾ। ਬਾਣੀ ਦੇ ਵਿੱਚ ਪੌਲਸ ਰਸੂਲ ਕੁਰੰਥੀਆਂ ਦੇ ਵਿੱਚ ਲਿਖਿਆ ਹੈ, ਧੋਖਾ ਨਾ ਖਾਣਾ। ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਕੇ ਰੱਖ ਦਿੰਦੀ ਹੈ। ਉਹਨਾਂ ਲੋਕਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਉਹਨਾਂ ਲੋਕਾਂ ਦੀ ਸਿੱਖਿਆ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ, ਜਿਹੜੇ ਬੁਰਿਆਈ ਦੇ ਵਿੱਚ ਘੁੰਮਦੇ ਨੇ, ਬੁਰਿਆਈ ਦੇ ਵਿੱਚ ਰਹਿੰਦੇ ਨੇ ਅਤੇ ਬੁਰਿਆਈ ਦੇ ਟੇਸਟ ਦੇ ਵਿੱਚ ਉਹ ਖੁਸ਼ ਹੁੰਦੇ ਨੇ। ਅਜਿਹੇ ਸਮਾਜ ਦੇ ਵਿੱਚ, ਅਜਿਹੀ ਸਿੱਖਿਆ ਦੇ ਵਿੱਚ ਜਾਣਾ ਆਪਣੇ ਆਤਮਿਕ ਚਰਿੱਤਰ ਨੂੰ ਵਿਨਾਸ਼ ਕਰਨਾ ਹੈ। ਇਸ ਲਈ ਪੌਲਸ ਅਤੇ ਪਰਮੇਸ਼ਵਰ ਦੇ ਦਾਸ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਇਸ ਰਾਜਿਆਂ ਦੀ ਪੁਸਤਕ ਦੇ ਵਿੱਚ ਮੈਨੂੰ ਇਹ ਸਮਝਾਇਆ ਕਿ ਅਸੀਂ ਸੰਸਾਰ ਤੋਂ ਵੱਖ ਰਹਿੰਦੇ ਹੋਏ, ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਹੋਏ, ਇਸ ਵਰਤਮਾਨ ਯੁੱਗ ਤੋਂ ਬਚਦੇ ਹੋਏ, ਪਰਮੇਸ਼ਵਰ ਦੇ ਅੱਗੇ ਮਸੀਹ ਯਸੂ ਦੇ ਵਿੱਚ ਜੋ ਜਿਉਂਦੀ ਆਸ ਮੇਰੇ ਲਈ ਧਰੀ ਹੈ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋ, ਉਹਦੇ ਵੱਲ ਦੇਖਦੇ ਹੋਏ ਵੱਧਦੇ ਜਾਓ, ਨਾ ਕਿ ਸੰਸਾਰ ਦੀਆਂ ਸਿੱਖਿਆਵਾਂ ਦੇ ਮਗਰ ਲੱਗ ਕੇ। ਸਿਰਫ ਸਵਰਗ ਦੀ ਸਿੱਖਿਆ ਦੇਣ ਵਾਲੀ ਅਤੇ ਸਵਰਗ ਦੇ ਪਰਮੇਸ਼ਰ ਦੀ ਪਵਿੱਤਰਤਾ ਨੂੰ ਦੱਸਣ ਵਾਲੀ ਅਤੇ ਸਵਰਗ ਦੇ ਰਾਹਾਂ ਦੇ ਵਿੱਚ ਸਾਨੂੰ ਲੈ ਕੇ ਚੱਲਣ ਵਾਲੀ ਇੱਕੋ ਇੱਕ ਪੁਸਤਕ ਬਾਈਬਲ ਹੈ। ਇਸ ਬਾਈਬਲ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਹੈ, ਤਾਂ ਕਿ ਮੇਰੇ ਵਿੱਚ ਸੰਸਾਰ ਦੀਆਂ ਗੱਲਾਂ ਨਹੀਂ, ਮੇਰੇ ਵਿੱਚ ਪਰਮੇਸ਼ਰ ਦੇ ਪਵਿੱਤਰ ਵਚਨ ਦੀਆਂ ਗੱਲਾਂ ਹੋਣ, ਜਿਸ ਦੇ ਨਾਲ ਮੇਰਾ ਸੁਭਾਅ ਪਰਮੇਸ਼ਰ ਦੇ ਪੁੱਤਰ ਜਿਹਾ ਪ੍ਰਗਟ ਹੋਵੇ। ਪਰਮੇਸ਼ਰ ਅਜਿਹਾ ਹੋਣ ਦੇ ਲਈ ਮੇਰੀ ਅਤੇ ਆਪ ਦੀ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਆਪ ਨੂੰ ਬਰਕਤ ਦੇਵੇ। ਮਾਰਾਨਾਥਾ।